करा प्रभु तेरा, दिता नवा जो सवेरा। शुक्र करा प्रभु तेरा, दिता नवा जो सवेरा। तू आदि है, अंत है, हरिता तेरा बसेरा। तू आदि है, अंत है, हरिता तेरा बसेरा। शुक्र करा प्रभु तेरा। मजबूत ईमान मेरा हो के रवा मैं दिल तो तेरा। कर मजबूत ईमान मेरा हो के रवा मैं दिल तो तेरा। शुक्र करा प्रभु तेरा, दिता नवा जो सवेरा। शुक्र करा प्रभु तेरा, दिता नवा जो सवेरा। तू आदि है, अंत है, हरिता तेरा बसेरा। तू आदि है, अंत है, हरिता तेरा बसेरा। शुक्र करा प्रभु तेरा। बाप ਅਤੇ ਬੇਟੇ ਅਤੇ ਰੂਪਾਕ ਦੇ ਨਾਂ ਉੱਤੇ आमीन। ਸਾਡੇ ਪ੍ਰਭੂ ਯੀਸ਼ੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਸੰਤ ਪੌਲੁਸ ਦਾ ਰੋਮੀਆਂ ਦੇ ਨਾਮ ਪੱਤਰ ਉਹਦਾ 8 ਅਧਿਆਇ 35 ਆਇਤ ਵਿੱਚ ਵਚਨ ਕਹਿੰਦਾ ਹੈ, ਕੌਣ ਹੈ ਜੋ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰ ਸਕਦਾ ਹੈ? ਕਿ ਸਾਡੇ ਦੁੱਖ, ਕਿ ਸਾਡੇ ਤਕਲੀਫ, ਕਿ ਸਾਡੀਆਂ ਬਿਮਾਰੀਆਂ, ਕਿ ਲਾਲਚ, ਕਿ ਵੈਰ ਵਿਰੋਧ, ਇਹਨਾਂ ਵਿੱਚੋਂ ਕੋਈ ਵੀ ਅਜਿਹੀ ਚੀਜ਼ ਨਹੀਂ ਹੈ ਜੋ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇ। ਮਸੀਹ ਸਾਡੇ ਤੋਂ ਵੀ ਇਹੀ ਚਾਹੁੰਦਾ ਹੈ ਕਿ ਅਸੀਂ ਹਮੇਸ਼ਾ ਪਿਆਰ ਦੇ ਵਿੱਚ ਉਹਦੇ ਨਾਲ ਜੁੜੇ ਰਹੀਏ। ਇਹੀ ਕਾਰਨ ਹੈ ਅੱਜ ਦੀ ਪਵਿੱਤਰ ਅੰਜੀਲ ਵਿੱਚ ਯੀਸ਼ੂ ਆਖਦੇ ਹਨ, ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਸਾਡੇ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਮਸੀਹ ਦੇ ਨਾਲ ਜੁੜੇ ਰਹੀਏ, ਈਮਾਨ ਦੇ ਵਿੱਚ, ਪ੍ਰਾਰਥਨਾ ਦੇ ਵਿੱਚ। ਇੱਥੋਂ ਤੱਕ ਜਦੋਂ ਸਾਡੇ ਤੇ ਦੁੱਖ ਮੁਸੀਬਤ ਆ ਜਾਵੇ, ਉਹਨਾਂ ਦੁੱਖਾਂ ਵਿੱਚ ਅਸੀਂ ਮਸੀਹ ਦੇ ਨਾਲ ਜੁੜੇ ਰਹੀਏ। ਸਾਡੇ ਲਈ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਮਸੀਹ ਤੋਂ ਵੱਖ ਹੋ ਕੇ ਅਸੀਂ ਕੁਝ ਨਹੀਂ ਕਰ ਸਕਦੇ। ਇਸ ਸਮੇਂ ਜਦੋਂ ਇਸ ਪਾਕ ਮਾਸ ਦੀ ਕੁਰਬਾਨੀ ਵਿੱਚ ਹਿੱਸਾ ਲੈਂਦੇ ਹਾਂ, ਅਸੀਂ ਪਾਕ ਮਾਸ ਦੇ 2 ਭਾਗਾਂ ਦੇ ਰਾਹੀਂ ਵਚਨ ਸਮਾਰੋਹ, ਜਿਹਦੇ ਵਿੱਚ ਅਸੀਂ ਖੁਦਾ ਦਾ ਵਚਨ ਸੁਣਾਂਗੇ, ਅਸੀਂ ਮਸੀਹ ਦੇ ਨਾਲ ਜੁੜ ਜਾਵਾਂਗੇ। ਪਾਕ ਯੂਕਰਿਸਤ ਸਮਾਰੋਹ, ਜਿਹਦੇ ਵਿੱਚ ਪਾਕ ਰੋਟੀ ਨੂੰ ਗ੍ਰਹਿਣ ਕਰਨ ਦੇ ਨਾਲ ਅਸੀਂ ਮਸੀਹ ਦੇ ਨਾਲ ਜੁੜ ਜਾਵਾਂਗੇ। ਵਚਨ ਅਤੇ ਸਾਕਰਾਮੈਂਟ, ਇਹ ਦੋਵੇਂ ਸਾਨੂੰ ਮਸੀਹ ਦੇ ਨਾਲ ਜੋੜੇ ਰੱਖਦੇ ਹਨ। ਇਹ ਦੋਵੇਂ ਸਾਡੇ ਰਿਸ਼ਤੇ ਨੂੰ ਮਸੀਹ ਦੇ ਨਾਲ ਮਜ਼ਬੂਤ ਕਰਦੇ ਹਨ, ਤਾਂ ਜੋ ਅਸੀਂ ਮਸੀਹ ਤੋਂ ਵੱਖ ਨਾ ਹੋ ਜਾਈਏ। ਇਸ ਲਈ ਆਓ ਅਸੀਂ ਆਪਣੇ ਆਪ ਨੂੰ ਪਾਕ ਮਾਸ ਦੀ ਕੁਰਬਾਨੀ ਲਈ ਤਿਆਰ ਕਰਾਂਗੇ। ਮਸੀਹ ਵਚਨ ਦੇ ਦੁਆਰਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ। ਉਹ ਸਾਕਰਾਮੈਂਟ ਦੇ ਰਾਹੀਂ ਸਾਡੀ ਜ਼ਿੰਦਗੀ 'ਚ ਆਉਣਾ ਚਾਹੁੰਦਾ ਹੈ। ਆਓ ਅਸੀਂ ਆਪਣੇ ਦਿਲਾਂ ਨੂੰ ਤਿਆਰ ਕਰਾਂਗੇ। ਜੇਕਰ ਸਾਡੇ ਜੀਵਨ ਦੇ ਵਿੱਚ ਪਾਪ ਹੈ,
ਗੁਨਾਹ ਹੈ, ਗਲਤੀਆਂ ਹਨ। ਇਹੀ ਸਮਾਂ ਹੈ ਅਸੀਂ ਅਫਸੋਸ ਕਰਦੇ ਹੋਏ ਪ੍ਰਭੂ ਦੇ ਅੱਗੇ ਮਾਫੀ ਮੰਗੀਏ, ਤਾਂ ਜੋ ਅਸੀਂ ਨਾ ਪਵਿੱਤਰ ਭੇਦਾਂ ਨੂੰ ਯੋਗ ਢੰਗ ਨਾਲ ਮਨਾ ਲਈਏ। सोचण बोलण ते करना बहुत गुनाह कीते ने, अपने दोष नाल अपने दोष नाल अपने बड़े दोष दे नाल मैं केवल करना। सदा कुमारी मरियम ते सारे फरिश्तियां संतागे ते पैड़ा प्राण अगे मैं हुण बेनती करदा मैं केवल करदा। प्रभु प्यारे मैं केवल करना, पूरी कुदरत वाले खुदा की पैड़ा प्राण अगे मैं केवल करना, मैं केवल करना। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। आमीन। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਖੁਦਾ, ਤੂੰ ਆਪਣੇ ਲੋਕਾਂ ਵਿੱਚ ਮਾਸੂਮੀਅਤ ਨੂੰ ਪਸੰਦ ਕਰਦਾ ਹੈ ਅਤੇ ਮੁੜ ਬਹਾਲ ਵੀ ਕਰਦਾ ਹੈ। ਆਪਣੇ ਸੇਵਕਾਂ ਦੇ ਦਿਲਾਂ ਨੂੰ ਆਪਣੇ ਵੱਲ ਮੋੜ ਦੇ, ਤਾਂ ਜੋ
ਜਿਨ੍ਹਾਂ ਨੂੰ ਤੂੰ ਵਿਸ਼ਵਾਸਹੀਨਤਾ ਦੇ ਹਨੇਰੇ ਵਿੱਚੋਂ ਛੁਡਾ ਕੇ ਆਪਣੇ ਉੱਤੇ ਈਮਾਨ ਲਿਆਉਣ ਦਾ ਵਰਦਾਨ ਦਿੱਤਾ ਹੈ, ਉਹ ਕਦੀ ਵੀ ਈਮਾਨ ਦੀ ਜੋਤ ਤੋਂ ਭਟਕ ਨਾ ਜਾਣ। ਸਾਡੇ ਪ੍ਰਭੂ ਯੀਸ਼ੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਗ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ ਆਮੀਨ। ਪ੍ਰਭੂ ਯੀਸ਼ੂ ਮਸੀਹ ਦੇ ਤਰੇ ਸ਼ਬਦ ਤੁਹਾਨੂੰ ਸ਼ਬਦ ਐਲਾਨ ਕਰਨ ਦਾ ਫਜ਼ਲ ਦੇਵੇ, ਬਾਪ ਅਤੇ ਬੇਟੇ ਅਤੇ ਰੂਪਾਗ ਦੇ ਨਾਮ ਉਤੇ। ਪਾਠ ਪਹਿਲਾ। ਰਸੂਲਾਂ ਦੇ ਕਰਤੱਵ, ਉਸ ਦਾ 15 ਬਾਬ 1 ਤੋਂ 6 ਆਇਤ ਤੱਕ। ਫਿਰ ਕੁਝ ਲੋਕ ਯਹੂਦੀਆਂ ਤੋਂ ਇੱਥੇ ਆਏ ਅਤੇ ਉਹ ਭਰਾਵਾਂ ਨੂੰ ਸਿਖਾਉਂਦੇ ਸਨ, ਜਦੋਂ ਤੱਕ ਤੁਸੀਂ ਮੂਸਾ ਦੀ ਰਵਾਇਤ ਅਨੁਸਾਰ ਆਪਣਾ ਖਤਨਾ ਨਹੀਂ ਕਰਾਉਂਦੇ, ਤੁਸੀਂ ਮੁਕਤੀ ਨਹੀਂ ਪਾ ਸਕਦੇ। ਜਦੋਂ ਪੌਲੁਸ ਅਤੇ ਬਰਨਾਬਾਸ ਦਾ ਉਹਨਾਂ ਦੇ ਨਾਲ ਬਹੁਤ ਮਤਭੇਦ ਅਤੇ ਬਹਿਸ ਹੋ ਗਈ, ਤਾਂ ਇਹ ਤੈਅ ਹੋਇਆ ਕਿ ਪੌਲੁਸ ਅਤੇ ਬਰਨਾਬਾਸ ਅਤੇ ਹੋਰ ਕੁਝ ਲੋਕਾਂ ਨੂੰ ਇਸ ਮਸਲੇ ਬਾਰੇ ਗੱਲਬਾਤ ਕਰਨ ਲਈ ਰਸੂਲਾਂ ਅਤੇ ਧਰਮ ਆਗੂਆਂ ਕੋਲ ਯਰੂਸ਼ਲਮ ਘੱਲਿਆ ਜਾਵੇ। ਕਲੀਸਿਆ ਨੇ ਉਹਨਾਂ ਨੂੰ ਰਵਾਨਾ ਕਰ ਦਿੱਤਾ। ਇਸ ਤਰ੍ਹਾਂ ਉਹ ਯਾਤਰਾ ਕਰਦੇ ਫੀਨੀਸੀਆ ਅਤੇ ਸਾਮਰੀਆ ਦੇ ਵਿੱਚੋਂ ਦੀ ਲੰਘੇ ਅਤੇ ਸਭ ਭਰਾਵਾਂ ਨੂੰ ਗੈਰ ਯਹੂਦੀ ਕੌਮਾਂ ਦੀ ਪ੍ਰਭੂ ਵੱਲ ਮੁੜਨ ਦੀ ਖਬਰ ਸੁਣਾਉਂਦੇ ਗਏ ਅਤੇ ਉਹਨਾਂ ਨੂੰ ਬਹੁਤ ਖੁਸ਼ੀ ਦਿੰਦੇ ਗਏ। ਜਦੋਂ ਉਹ ਯਰੂਸ਼ਲਮ ਪਹੁੰਚੇ ਤਾਂ ਕਲੀਸਿਆ, ਰਸੂਲਾਂ ਅਤੇ ਧਰਮ ਆਗੂਆਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੇ ਬਿਆਨ ਕੀਤਾ ਕਿ ਖੁਦਾ ਨੇ ਉਹਨਾਂ ਦੇ ਰਾਹੀਂ ਕੀ ਕੀਤਾ। ਤਦ ਕੁਝ ਭਰਾ ਜੋ ਫਰੀਸੀ ਦਲ ਦੇ ਨਾਲ ਸੰਬੰਧ ਰੱਖਦੇ ਸਨ ਖੜੇ ਹੋ ਗਏ ਅਤੇ ਇਹ ਕਹਿਣ ਲੱਗੇ, ਉਹਨਾਂ ਲੋਕਾਂ ਦਾ ਖਤਨਾ ਕਰਨਾ ਜ਼ਰੂਰੀ ਹੈ ਅਤੇ ਉਹਨਾਂ ਨੂੰ ਆਗਿਆ ਦੇਣੀ ਚਾਹੀਦੀ ਹੈ ਕਿ ਉਹ ਮੂਸਾ ਦੇ ਵਿਧਾਨ ਦੀ ਪਾਲਣਾ ਕਰਨ। ਰਸੂਲ ਅਤੇ ਧਰਮ ਆਗੂ ਇਸ ਮਸਲੇ ਬਾਰੇ ਵਿਚਾਰ ਕਰਨ ਲਈ ਇਕੱਠੇ ਹੋਏ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਖਤਰੇ ਦੇ ਟੋਏ ਤੇ ਟੋਬਿਆਂ ਤੋਂ ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ। ਉਹ ਖਤਰੇ ਦੇ ਟੋਏ ਤੇ ਟੋਬਿਆਂ ਤੋਂ ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ।
दी करदा सा इंतजारी, तदोस्ती मेरे ते तरस खाके सुनी मेरी सारी आज़ारी। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा संत यूहन्ना दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। मैं सच्ची अंगूर दी वेल हाँ ਅਤੇ ਮੇਰਾ ਬਾਪ ਬਾਗਬਾਨ ਹੈ। ਉਹ ਮੇਰੀ ਹਰ ਟਹਿਣੀ ਨੂੰ ਜੋ ਫਲ ਨਹੀਂ ਦਿੰਦੀ ਵੱਢ ਸੁੱਟਦਾ ਹੈ ਅਤੇ ਹਰ ਟਹਿਣੀ ਜੋ ਫਲ ਦਿੰਦੀ ਹੈ ਛਾਂਗਦਾ ਹੈ ਤਾਂ ਜੋ ਉਹ ਜ਼ਿਆਦਾ ਫਲ ਪੈਦਾ ਕਰੇ। ਉਸ ਵਚਨ ਰਾਹੀਂ ਜੋ ਮੈਂ ਤੁਹਾਨੂੰ ਆਖਿਆ ਹੈ ਤੁਸੀਂ ਪਹਿਲਾਂ ਹੀ ਸ਼ੁੱਧ ਕੀਤੇ ਗਏ ਹੋ। ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਤਰ੍ਹਾਂ ਟਹਿਣੀ ਜਦੋਂ ਤੱਕ ਵੇਲ ਵਿੱਚ ਨਹੀਂ ਰਹਿੰਦੀ ਆਪਣੇ ਆਪ ਤੋਂ ਫਲ ਪੈਦਾ ਨਹੀਂ ਕਰ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜਦੋਂ ਤੱਕ ਮੇਰੇ ਵਿੱਚ ਨਹੀਂ ਰਹਿੰਦੇ ਫਲ ਪੈਦਾ ਨਹੀਂ ਕਰ ਸਕਦੇ। ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਹਾਂ ਉਹ ਬਹੁਤ ਫਲ ਪੈਦਾ ਕਰਦਾ ਹੈ, ਕਿਉਂਕਿ ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਜੇਕਰ ਕੋਈ ਮਨੁੱਖ ਮੇਰੇ ਵਿੱਚ ਨਹੀਂ ਰਹਿੰਦਾ ਉਹ ਟਹਿਣੀ ਦੇ ਵਾਂਗ ਵੱਢ ਦਿੱਤਾ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ ਅਤੇ ਟਹਿਣੀਆਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਅਤੇ ਅੱਗ ਵਿੱਚ ਸੁੱਟ ਕੇ ਸਾੜ ਦਿੱਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਮੇਰੇ ਵਿੱਚ ਰਹਿੰਦੇ ਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿੰਦੇ ਹਨ ਤਾਂ ਤੁਸੀਂ ਜੋ ਚਾਹੋ ਉਹ ਮੰਗੋ ਅਤੇ ਉਹ ਤੁਹਾਡੇ ਲਈ ਕੀਤਾ ਜਾਵੇਗਾ। ਮੇਰੇ ਬਾਪ ਦੀ ਮਹਿਮਾ ਇਸ ਵਿੱਚ ਹੈ ਕਿ ਤੁਸੀਂ ਬਹੁਤ ਫਲ ਪੈਦਾ ਕਰੋ ਅਤੇ ਇਸ ਤਰ੍ਹਾਂ ਮੇਰੇ ਚੇਲੇ ਹੋਣ ਦਾ ਸਬੂਤ ਦਿਓ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਹਾਂ
ਉਹ ਬਹੁਤ ਫਲ ਪੈਦਾ ਕਰਦਾ ਹੈ। ਮਸੀਹ ਦੇ ਵਿੱਚ ਪਿਆਰੇ ਭਰਾਓ, ਭੈਣੋ ਅਤੇ ਬੱਚਿਓ, ਇੱਕ ਟਹਿਣੀ ਦਾ ਵਜੂਦ ਉਹਦੇ ਵਿੱਚ ਨਹੀਂ ਹੁੰਦਾ, ਸਗੋਂ ਵੇਲ ਦੇ ਵਿੱਚ ਹੁੰਦਾ ਹੈ। ਜਦੋਂ ਟਹਿਣੀ ਵੇਲ ਤੋਂ ਵੱਖ ਹੋ ਜਾਂਦੀ ਹੈ, ਉਹ ਟਹਿਣੀ ਨਾ ਰਹਿੰਦੇ ਹੋਏ ਸਗੋਂ ਬਾਲਣ ਬਣ ਜਾਂਦੀ ਹੈ। ਪਰ ਜੇਕਰ ਉਹਨੂੰ ਆਪਣੇ ਆਪ 'ਚ ਟਹਿਣੀ ਰਹਿਣਾ ਹੈ, ਹਰਾ ਰਹਿਣਾ ਹੈ, ਫਲ ਪੈਦਾ ਕਰਨਾ ਹੈ, ਤਾਂ ਉਹਦੇ ਲਈ ਜ਼ਰੂਰੀ ਹੈ ਕਿ ਉਹ ਵੇਲ ਦੇ ਨਾਲ ਜੁੜੀ ਰਹੇ। ਇਸ ਲਈ ਮੈਂ ਕਿਹਾ ਟਹਿਣੀ ਦਾ ਜਿਹੜਾ ਵਜੂਦ ਹੈ ਉਹ ਕੇਵਲ ਵੇਲ ਨਾਲ ਜੁੜੇ ਰਹਿਣ ਦੇ ਵਿੱਚ ਹੈ। ਅਤੇ ਮਸੀਹ ਆਪਣੇ ਚੇਲਿਆਂ ਨੂੰ, ਅਸਾਂ ਸਾਰਿਆਂ ਨੂੰ ਵੀ ਇਹੀ ਗੱਲ ਕਹਿੰਦਾ ਹੈ ਕਿ ਤੁਹਾਡਾ ਜਿਹੜਾ ਅਸਲੀ ਵਜੂਦ ਹੈ, ਜੋ ਤੁਹਾਡੇ ਜੀਵਨ ਦਾ ਮਕਸਦ ਹੈ, ਜੋ ਤੁਹਾਡੇ ਜੀਵਨ ਦਾ ਉਦੇਸ਼ ਹੈ, ਉਸ ਨੂੰ ਕੇਵਲ ਅਸੀਂ ਯੀਸ਼ੂ ਵਿੱਚ ਰਹਿਣ ਦੇ ਨਾਲ ਹੀ, ਯੀਸ਼ੂ ਨਾਲ ਜੁੜੇ ਰਹਿਣ ਦੇ ਨਾਲ ਹੀ ਜਾਣ ਸਕਦੇ ਹਾਂ, ਸਮਝ ਸਕਦੇ ਹਾਂ। ਜਦੋਂ ਅਸੀਂ ਪਰਮੇਸ਼ਰ ਤੋਂ ਦੂਰ ਹੁੰਦੇ ਹਾਂ, ਜਦੋਂ ਅਸੀਂ ਪਰਮੇਸ਼ਰ ਤੋਂ ਵੱਖ ਹੁੰਦੇ ਹਾਂ, ਅਸੀਂ ਆਪਣੇ ਆਪ 'ਚ ਆਪ ਨਹੀਂ ਰਹਿੰਦੇ, ਕੁਝ ਹੋਰ ਬਣ ਜਾਂਦੇ ਹਾਂ। ਪਰ ਜੇਕਰ ਅਸੀਂ ਪ੍ਰਭੂ ਦੇ ਵਿੱਚ ਹਾਂ, ਅਸੀਂ ਉਹ ਹਾਂ ਜੋ ਪ੍ਰਭੂ ਸਾਡੇ ਤੋਂ ਚਾਹੁੰਦਾ ਹੈ। ਜਦੋਂ ਅਸੀਂ ਵਚਨ ਵਿੱਚ ਪੜ੍ਹਦੇ ਹਾਂ ਸੰਤ ਮਰਕੁਸ ਦੀ ਅੰਜੀਲ, ਉਹਦਾ 3 ਅਧਿਆਏ ਉਹਦੀ 14 ਆਇਤ ਵਿੱਚ ਵਚਨ ਕਹਿੰਦਾ ਹੈ, ਮਸੀਹ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ ਆਪਣੇ ਕੋਲ ਸੱਦਿਆ, ਆਪਣੇ ਨਾਂ ਰਹਿਣ ਦੇ ਲਈ, ਆਪਣੇ ਨਾਂ ਉੱਤੇ ਭੇਜੇ ਜਾਣ ਦੇ ਲਈ। ਜਾਣੇ ਹਰ ਇੱਕ ਵਿਸ਼ਵਾਸੀ ਦੀ ਬੁਲਾਹਟ ਹੈ। ਮਸੀਹ ਸਭ ਨੂੰ ਬੁਲਾਉਂਦਾ ਹੈ ਕਿ ਤੁਸੀਂ ਮੇਰੇ ਵੱਲ ਆਓ, ਮੇਰੇ ਨਾਲ ਰਹੋ, ਮੇਰੇ ਵਿੱਚ ਰਹੋ। ਸਾਡੀ ਜ਼ਿੰਦਗੀ ਦਾ ਮਕਸਦ, ਉਦੇਸ਼ ਅਸੀਂ ਫਿਰ ਹੀ ਸਮਝ ਸਕਦੇ ਹਾਂ ਜਦੋਂ ਅਸੀਂ ਮਸੀਹ ਦੇ ਨਾਲ ਰਹਿੰਦੇ ਹਾਂ। ਮਸੀਹ ਵਿੱਚ ਪਿਆਰਿਓ, ਇਨਸਾਨ ਇੱਕੋ ਇੱਕ ਅਜਿਹਾ ਪ੍ਰਾਣੀ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਬਣਾਇਆ। ਜਿਵੇਂ ਅਸੀਂ ਵਚਨ ਵਿੱਚ ਪੜ੍ਹਦੇ ਹਾਂ, ਉਤਪਤ ਦਾ ਗ੍ਰੰਥ ਆਪਣੇ ਸਰੂਪ ਤੇ ਬਣਾਇਆ। ਇਨਸਾਨ ਇੱਕੋ ਇੱਕ ਅਜਿਹਾ ਪ੍ਰਾਣੀ ਹੈ, ਅਜਿਹੀ ਸ੍ਰਿਸ਼ਟੀ ਹੈ ਜਿਸ ਨੂੰ ਪਰਮੇਸ਼ਵਰ ਨੇ ਆਪਣੇ ਲਈ ਬਣਾਇਆ। ਅਤੇ ਹੋਰ ਬਾਕੀ ਚੀਜ਼ਾਂ ਜੋ ਅਸੀਂ ਸ੍ਰਿਸ਼ਟੀ ਵਿੱਚ ਵੇਖਦੇ ਹਾਂ, ਉਹ ਸਾਰੀਆਂ ਚੀਜ਼ਾਂ ਪਰਮੇਸ਼ਵਰ ਨੇ ਮਨੁੱਖ ਦੇ ਲਈ ਬਣਾਇਆ। ਇਸ ਕਰਕੇ ਮਨੁੱਖ ਸ੍ਰਿਸ਼ਟੀ ਦੀ ਬਣਾਈ ਹੋਈ ਹਰ ਇੱਕ ਚੀਜ਼ ਦਾ ਕੇਂਦਰ ਬਿੰਦੂ ਹੈ। ਪਰਮੇਸ਼ਵਰ ਨੇ ਸਭ ਚੀਜ਼ਾਂ ਨੂੰ ਇਨਸਾਨ ਦੇ ਲਈ ਬਣਾਇਆ, ਪਰ ਉਸਨੇ ਜਦੋਂ ਇਨਸਾਨ ਨੂੰ ਬਣਾਇਆ, ਉਹਨੇ ਆਪਣੇ ਲਈ ਬਣਾਇਆ ਤਾਂ ਜੋ ਉਹ ਇਨਸਾਨ ਪਰਮੇਸ਼ਵਰ ਦੇ ਵਿੱਚ ਰਹੇ, ਪਰਮੇਸ਼ਵਰ ਦੇ ਵਿੱਚ ਜੀਵੇ। ਇਸ ਨੂੰ ਅਸੀਂ ਇਸ ਸਬੂਤ ਦੇ ਵਿੱਚ ਵੀ ਵੇਖ ਸਕਦੇ ਹਾਂ ਕਿ ਜਿਹੜਾ ਰੂਹ ਹੈ ਪਰਮੇਸ਼ਵਰ ਦਾ, ਉਹ ਕੇਵਲ ਮਨੁੱਖਾਂ ਵਿੱਚ ਹੀ ਹੈ। ਪਰਮੇਸ਼ਵਰ ਦਾ ਰੂਹ ਬਾਕੀ ਜੀਵ ਜੰਤੂਆਂ ਵਿੱਚ ਨਹੀਂ ਹੈ। ਉਹਨਾਂ ਵਿੱਚ ਜੀਵਨ ਤਾਂ ਹੈ, ਪਰ ਪਰਮੇਸ਼ਵਰ ਦਾ ਰੂਹ ਨਹੀਂ ਹੈ। ਇਸ ਲਈ ਕਿਉਂਕਿ ਪਰਮੇਸ਼ਵਰ ਨੇ ਆਪਣਾ ਰੂਹ ਜਿਹੜਾ ਹੈ, ਆਪਣਾ ਆਤਮਾ ਜੋ ਹੈ, ਕੇਵਲ ਇਨਸਾਨ ਨੂੰ ਦਿੱਤਾ। ਅਸੀਂ ਬਾਕੀ ਰਚੀਆਂ ਹੋਈਆਂ ਚੀਜ਼ਾਂ ਤੋਂ, ਜੀਵ ਜੰਤੂਆਂ ਤੋਂ ਵੱਖਰੇ ਹਾਂ, ਕਿਉਂਕਿ ਅਸੀਂ ਪਰਮੇਸ਼ਵਰ ਦੇ ਲਈ ਹਾਂ। ਪਰਮੇਸ਼ਵਰ ਨੇ ਬਾਕੀ ਸਭ ਚੀਜ਼ਾਂ ਇਨਸਾਨ ਲਈ ਬਣਾਇਆ, ਪਰ ਇਨਸਾਨ ਨੂੰ ਆਪਣੇ ਲਈ ਬਣਾਇਆ। ਇਸ ਲਈ ਅਸੀਂ ਤਾਲੀਮ ਦੇ ਵਿੱਚ ਵੀ ਇਹ ਸਿੱਖਦੇ ਹਾਂ ਕਿ ਪਰਮੇਸ਼ਵਰ ਨੇ ਇਨਸਾਨ ਨੂੰ ਇਸ ਲਈ ਬਣਾਇਆ ਕਿ ਉਹ ਪਰਮੇਸ਼ਵਰ ਨੂੰ ਜਾਣੇ, ਪਰਮੇਸ਼ਵਰ ਨੂੰ ਪਿਆਰ ਕਰੇ, ਪਰਮੇਸ਼ਵਰ ਦੀ ਸੇਵਾ ਕਰੇ ਅਤੇ ਹਮੇਸ਼ਾ ਪਰਮੇਸ਼ਵਰ ਦੇ ਨਾਲ ਰਹੇ। ਇਹ ਮਕਸਦ ਹੈ ਇਨਸਾਨ ਦਾ। ਯੀਸ਼ੂ ਵੀ ਆਪਣੀ ਸਿੱਖਿਆ ਵਿੱਚ ਇਹ ਸਾਨੂੰ ਦੱਸਦੇ ਹਨ ਕਿ ਪਰਮੇਸ਼ਵਰ ਨੇ ਚੇਲਿਆਂ ਨੂੰ, ਵਿਸ਼ਵਾਸੀਆਂ ਨੂੰ ਆਪਣੇ ਕੋਲ ਇਸ ਲਈ ਸੱਦਿਆ ਕਿ ਉਹ ਸਾਨੂੰ ਆਪਣਾ ਮਿੱਤਰ ਸਮਝੇ, ਆਪਣਾ ਦੋਸਤ ਸਮਝੇ, ਸਾਡੇ ਨਾਲ ਆਪਣਾ ਜੀਵਨ ਨੂੰ ਸਾਂਝਾ ਕਰ ਸਕੇ। ਇੱਕ ਬੁਲਾਹਟ ਹੈ ਜੋ ਪਰਮੇਸ਼ਵਰ ਨੇ ਕੇਵਲ ਇਨਸਾਨਾਂ ਨੂੰ ਦਿੱਤੀ ਹੈ ਤਾਂ ਜੋ ਅਸੀਂ ਪਰਮੇਸ਼ਵਰ ਨੂੰ ਜਾਣੀਏ, ਉਸ ਨੂੰ ਪਿਆਰ ਕਰੀਏ, ਉਸ ਦੀ ਸੇਵਾ ਕਰੀਏ ਅਤੇ ਉਸ ਦੇ ਨਾਲ ਰਹੀਏ। ਇਹੀ ਕਾਰਨ ਹੈ ਕਈ ਵਾਰੀ ਪਰਮੇਸ਼ਵਰ ਸਾਡੇ ਸਾਹਮਣੇ, ਸਾਡੇ ਇਨਸਾਨਾਂ ਦੇ ਵਿੱਚੋਂ, ਹਰ ਸਦੀ ਦੇ ਵਿੱਚ, ਹਰ ਯੁੱਗ ਦੇ ਵਿੱਚ, ਹਰ ਸਮੇਂ ਦੇ ਵਿੱਚ ਕੁਝ ਲੜਕੇ ਅਤੇ ਲੜਕੀਆਂ ਨੂੰ, ਕੁਝ ਨੌਜਵਾਨਾਂ ਨੂੰ ਆਪਣੇ ਵੱਲ ਬੁਲਾਉਂਦਾ ਹੈ ਤਾਂ ਜੋ ਉਹ ਸੰਸਾਰ ਨੂੰ ਪਿੱਛੇ ਛੱਡਦੇ ਹੋਏ ਪਾਕ ਖਿਦਮਤ ਦੇ ਸਾਕਰਮੈਂਟ ਦੇ ਰਾਹੀਂ, ਧਾਰਮਿਕ ਜੀਵਨ ਦੇ ਸਹੁੰ ਚੁੱਕਣ ਦੇ ਰਾਹੀਂ ਉਹ ਮਸੀਹ ਦੇ ਨਾਲ, ਮਸੀਹ ਦੇ ਜੀਵਨ ਦੇ ਨਾਲ ਜੁੜ ਜਾਣ, ਜਿਨ੍ਹਾਂ ਨੂੰ ਅਸੀਂ ਕਲੀਸਿਆ ਦੇ ਵਿੱਚ ਪ੍ਰੋਹਿਤ ਕਹਿੰਦੇ ਹਾਂ, ਧਰਮ ਭਰਾ, ਧਰਮ ਭੈਣਾਂ ਕਹਿੰਦੇ ਹਾਂ। ਉਹ ਅਜਿਹੇ ਲੋਕ ਹਨ ਜਿਨ੍ਹਾਂ ਨੇ ਮਸੀਹ ਦੇ ਬੁਲਾਵੇ ਨੂੰ ਸੁਣਿਆ
कि मसीह ने सानू अपने नाल अपने जीवन ਦੇ ਵਿੱਚ ਸਾਂਝੀ ਹੋਣ ਲਈ ਚੁਣਿਆ ਹੈ। ਇਸੇ ਕਰਕੇ ਉਹ ਆਪਣਾ ਜੀਵਨ ਪਰਮੇਸ਼ਵਰ ਨੂੰ ਸਮਰਪਿਤ ਕਰ ਦਿੰਦੇ ਹਨ। ਜਿਹੜੇ ਪ੍ਰੋਹਿਤ ਹਨ ਉਹ ਪ੍ਰੋਹਿਤਾਈ ਦੇ ਬੁਲਾਵੇ ਨੂੰ ਸੁਣ ਕੇ ਆਪਣਾ ਜੀਵਨ ਪ੍ਰੋਹਿਤਾਈ ਦੇ ਲਈ ਕਲੀਸਿਆ ਵਿੱਚ ਸੇਵਾ ਦੇ ਲਈ ਸਮਰਪਿਤ ਕਰ ਦਿੰਦੇ ਹਨ। ਜਿਹੜੇ ਧਰਮ ਭਰਾ ਜਾਂ ਭੈਣਾਂ ਹਨ, ਸਿਸਟਰਾਂ ਹਨ, ਉਹ ਵੀ ਇਸੇ ਤਰ੍ਹਾਂ ਆਪਣਾ ਜੀਵਨ ਜੋ ਪਰਮੇਸ਼ਵਰ ਦੇ ਵੱਲੋਂ ਮਿਲਿਆ ਹੈ ਉਸ ਨੂੰ ਕਲੀਸਿਆ ਦੇ ਲਈ, ਕਲੀਸਿਆ ਦੀ ਸੇਵਾ ਦੇ ਲਈ, ਮਸੀਹ ਦੇ ਪਿਆਰ ਦੇ ਲਈ, ਮਸੀਹ ਦੇ ਲੋਕਾਂ ਦੇ ਲਈ ਸਮਰਪਿਤ ਕਰ ਦਿੰਦੇ ਹਨ। ਮਸੀਹ ਵਿੱਚ ਪਿਆਰਿਓ, ਜੋ ਸਾਡਾ ਜੀਵਨ ਹੈ ਉਹ ਪਰਮੇਸ਼ਵਰ ਦੇ ਵੱਲੋਂ ਇੱਕ ਤੋਹਫਾ ਹੈ। ਮਸੀਹ ਨੇ ਸਾਨੂੰ ਸਾਡਾ ਜੀਵਨ ਇੱਕ ਅਣਕਮਾਏ ਤੋਹਫੇ ਦੇ ਵਜੋਂ ਸਾਨੂੰ ਦਿੱਤਾ ਹੈ। ਪਰ ਜਦੋਂ ਇਹੀ ਜੀਵਨ ਅਸੀਂ ਵਾਪਸ ਪ੍ਰਭੂ ਨੂੰ ਸਮਰਪਿਤ ਕਰ ਦਿੰਦੇ ਹਾਂ, ਇਸੇ ਜੀਵਨ ਅਸੀਂ ਤੋਹਫੇ ਦੇ ਰੂਪ ਦੇ ਵਿੱਚ ਪ੍ਰੋਹਿਤਾਈ ਦੇ ਲਈ, ਧਾਰਮਿਕ ਜੀਵਨ ਦੇ ਲਈ ਮਸੀਹ ਦੇ ਅੱਗੇ ਸਮਰਪਿਤ ਕਰ ਦਿੰਦੇ ਹਾਂ, ਇਹ ਕਿੰਨਾ ਸੋਹਣਾ ਤੋਹਫਾ ਮਸੀਹ ਦੇ ਲਈ ਹੋਵੇਗਾ। ਉਹ ਜਿਸ ਨੇ ਸਾਨੂੰ ਸਾਡਾ ਜੀਵਨ ਦਿੱਤਾ, ਅਸੀਂ ਉਹੀ ਜੀਵਨ ਪਰਮੇਸ਼ਵਰ ਦੇ ਨਾਂ ਤੇ ਰੱਖ ਦਿੰਦੇ ਹਾਂ। ਤੁਹਾਡੇ ਵਿੱਚੋਂ ਕਈਆਂ ਨੂੰ ਪਰਮੇਸ਼ਵਰ ਇਸੇ ਸੇਵਕਾ ਲਈ ਬੁਲਾਉਂਦਾ ਹੈ, ਆਪਣੀ ਮਿੱਤਰਤਾ ਵਿੱਚ ਰਹਿਣ ਦੇ ਲਈ ਬੁਲਾਉਂਦਾ ਹੈ, ਤੁਹਾਨੂੰ ਪ੍ਰੋਹਿਤ ਬਣਨ ਦੇ ਲਈ, ਧਾਰਮਿਕ ਸੇਵਕ ਬਣਨ ਦੇ ਲਈ, ਧਾਰਮਿਕ ਭਰਾ, ਧਾਰਮਿਕ ਭੈਣ ਬਣ ਕੇ ਸੇਵਾ ਕਰਨ ਦੇ ਲਈ ਪਰਮੇਸ਼ਵਰ ਤੁਹਾਨੂੰ ਬੁਲਾਉਂਦਾ ਹੈ। ਅਸੀਂ ਜਾਣਦੇ ਹਾਂ ਇਹ ਜੀਵਨ ਜੋ ਹੈ, ਜੋ ਮਸੀਹ ਦੇ ਲਈ ਸਮਰਪਿਤ ਕੀਤਾ ਜਾਣ ਵਾਲਾ ਜੀਵਨ ਹੈ, ਇਹ ਸੌਖਾ ਜੀਵਨ ਨਹੀਂ ਹੈ, ਇਹ ਬਹੁਤ ਔਖਾ ਜੀਵਨ ਹੈ। ਪਰ ਇਹਦੀ ਖੂਬਸੂਰਤੀ ਇਸੇ ਵਿੱਚ ਹੈ ਕਿ ਉਹ ਜਿਹੜੇ ਪਰਮੇਸ਼ਵਰ ਦੇ ਵੱਲੋਂ ਬੁਲਾਏ ਗਏ ਹਾਂ, ਪ੍ਰਭੂ ਕਹਿੰਦਾ ਮੈਂ ਉਹਨਾਂ ਵਿੱਚੋਂ ਕਿਸੇ ਨੂੰ ਖੋਣ ਨਹੀਂ ਦੇਵਾਂਗਾ। ਭਾਵੇਂ ਸਾਡੀ ਜ਼ਿੰਦਗੀ 'ਚ ਦੁੱਖ ਆ ਜਾਵੇ, ਬਿਮਾਰੀ ਆ ਜਾਵੇ, ਤੰਗੀ ਆ ਜਾਵੇ, ਭਾਵੇਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਵਿਪਤਾ ਵੀ ਕਿਉਂ ਨਾ ਆ ਜਾਵੇ, ਸਾਡੇ ਇਸ ਸਮਰਪਿਤ ਜੀਵਨ ਦੇ ਵਿੱਚ ਪਰਮੇਸ਼ਰ ਹਮੇਸ਼ਾ ਸਾਡੇ ਨਾਲ ਰਹਿੰਦਾ ਹੈ, ਸਾਡੇ ਨਾਲ ਚੱਲਦਾ ਹੈ। ਇਸ ਜੀਵਨ ਦੀ, ਸਮਰਪਿਤ ਜੀਵਨ ਦੀ ਸਭ ਤੋਂ ਵੱਡੀ ਖੂਬਸੂਰਤੀ ਇਸੇ ਵਿੱਚ ਹੈ ਕਿ ਅਸੀਂ ਮਸੀਹ ਦੇ ਨਾਲ ਜੁੜੇ ਰਹਿੰਦੇ ਹਾਂ। ਇਸ ਲਈ ਪ੍ਰਭੂ ਅੱਜ ਸਾਨੂੰ ਵੀ ਬੁਲਾ ਰਿਹਾ ਹੈ, ਮੈਂ ਅੰਗੂਰ ਦੀ ਵੇਲ ਹਾਂ, ਤੁਸੀਂ ਟਹਿਣੀਆਂ ਹੋ, ਤੁਸੀਂ ਮੇਰੇ ਨਾਲ ਜੁੜੇ ਰਹੋ। ਆਓ ਅਸੀਂ ਪ੍ਰਭੂ ਦੇ ਇਸ ਬੁਲਾਵੇ ਨੂੰ ਸਵੀਕਾਰ ਕਰੀਏ, ਆਪਣੀ ਜ਼ਿੰਦਗੀ ਦੀ ਜਾਂਚ ਕਰੀਏ, ਪਛਾਣ ਕਰੀਏ ਕਿ ਜੇਕਰ ਪ੍ਰਭੂ ਮੈਨੂੰ ਬੁਲਾਉਂਦਾ ਹੈ, ਮੈਂ ਪਿੱਛੇ ਨਾ ਰਵਾਂ, ਮੈਂ ਮਸੀਹ ਦੇ ਨਾਲ ਸਾਂਝਾ ਜੀਵਨ ਗੁਜ਼ਾਰਨ ਦੇ ਲਈ, ਮਸੀਹ ਦੇ ਨਾਲ ਆਪਣੀ ਜੀਵਨ ਨੂੰ ਸਮਰਪਿਤ ਕਰਨ ਦੇ ਲਈ ਸੱਚਮੁੱਚ ਮੈਂ ਤਿਆਰ ਹਾਂ। ਖੁਦਾ ਮੈਨੂੰ ਆਪਣੀ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ। सब है तेरा, करो कबूल चढ़ावा मेरा। तन मन तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो मेरे है को सब तेरा है दान, हर वेले दिल विच रब तेरा है नाम। जो मेरे है कोल सब तेरा है दान, हर वेले दिल विच रब तेरा है नाम। मालिक तू मेरा, मालिक तू मेरा, मेरे लिए सब कुछ बस तेरी है शान। मालिक तू मेरा, मालिक तू मेरा, मेरे लिए सब कुछ
ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਲਈ ਅਤੇ ਸਾਡੀ ਤੇ ਸਾਰੀ ਪਾਕ ਕਲੀਸਿਆ ਦੀ ਭਲੀ ਲਈ ਕਬੂਲ ਕਰੇ। ਐ ਪ੍ਰਭੂ ਬਖਸ਼ ਦੇ ਕਿ ਅਸੀਂ ਹਮੇਸ਼ਾ ਇਹਨਾਂ ਪਾਸਕਾ ਭੇਦਾਂ ਵਿੱਚ ਖੁਸ਼ੀ ਮਹਿਸੂਸ ਕਰੀਏ, ਤਾਂ ਜੋ ਇਹਨਾਂ ਰਾਹੀਂ ਸਾਡੇ ਵਿੱਚ ਲਗਾਤਾਰ ਕੀਤੇ ਜਾਣ ਵਾਲਾ ਨਵੀਨੀਕਰਨ ਸਾਡੇ ਲਈ ਸਦੀਵੀ ਆਨੰਦ ਦੀ ਵਜ੍ਹਾ ਬਣ ਜਾਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਐ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਪਾਸਕਾ ਦੇ ਇਸ ਸਮੇਂ ਅਸੀਂ ਹਮੇਸ਼ਾ ਨਾਲੋਂ ਵਧੇਰੀ ਖੁਸ਼ੀ ਨਾਲ ਤੇਰੀ ਵਡਿਆਈ ਕਰਦੇ ਹਾਂ, ਜਦੋਂ ਮਸੀਹ ਸਾਡੇ ਲਈ ਪਾਸਕਾ ਕੁਰਬਾਨ ਹੋਇਆ। ਆਪਣੇ ਸਰੀਰ ਨੂੰ ਸਲੀਬ ਉੱਤੇ ਕੁਰਬਾਨ ਹੋਣ ਲਈ ਅਰਪਣ ਕਰਕੇ ਮਸੀਹ ਨੇ ਆਪਣੀ ਸੰਪੂਰਨ ਕੁਰਬਾਨੀ ਨਾਲ ਬਾਕੀ ਸਾਰੀਆਂ ਕੁਰਬਾਨੀਆਂ ਨੂੰ ਮੁਕੰਮਲ ਕੀਤਾ। ਆਪਣੇ ਆਪ ਨੂੰ ਸਾਡੀ ਨਜਾਤ ਲਈ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਉਸਨੇ ਆਪਣੇ ਆਪ ਨੂੰ ਪੁਰੋਹਿਤ, ਅਲਤਾਰ ਅਤੇ ਬਲੀ ਦੇ ਲੇਲਾ ਸਿੱਧ ਕੀਤਾ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜਥਿਆਂ ਦੇ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। खुदावन सदा
ਐ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹੇ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ। ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਐ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਐ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ, ਬਿਸ਼ਪ ਐਗਨੈਲੋ ਅਤੇ ਸਾਰੇ ਪ੍ਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਨਾਲ ਸੌਂ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਦੇ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਐ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਤ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਇਸ ਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਖੁਦਾ ਬਾਪ ਦੇ ਪਿਆਰ ਉੱਤੇ ਭਰੋਸਾ ਰੱਖਦੇ ਹੋਏ ਆਓ ਅਸੀਂ ਸਾਰੇ ਮਿਲ ਕੇ ਉਹੀ ਪ੍ਰਾਰਥਨਾ ਕਰੀਏ ਜੋ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਨੇ ਸਾਨੂੰ ਸਿਖਾਈ ਹੈ। ਐ ਸਾਡੇ ਬਾਪ ਜਿਹੜਾ ਤੂੰ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰ ਵਾਲਿਆਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਐ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ,
ਤਾਂ ਜੋ ਤੇ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯੀਸ਼ੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत ते जलाल युग युग तेरा ही है। ਐ ਪ੍ਰਭੂ ਯੀਸ਼ੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। आमीन। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ अति तुहाडी रूह नाल भी होवे। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਵੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜੇ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਤਨ ਉਹ ਲੋਕ ਜੇ ਲੇਲੇ ਦੇ ਭੋਜ ਲਈ ਸੱਦੇ ਗਏ ਹਾਂ। ऐ प्रभु मैं इस योग्य नहीं हाँ कि तू मेरी शर्त ले आवे, पर एक ही शब्द आग तब मेरी रूह चंगी हो जाएगी। मसीह दा बदन ते लहू सानू सਦੀवी जीवन तक संभाली रखे। आमीन। मेरी गोलियां प्यारी शाखियां नूरी चेहरे दी चले कभी खाजा। बिन तेरे मैं चैन न पावा, रात दिने मैं तेनू बुलावा। बिन तेरे मैं चैन न पावा, रात दिने मैं तेनू बुलावा। तेनू बुलावा मेरी गोलियां प्यारी शाखियां तेरे दी चले कभी खाजा। मेरी गोलियां प्यारी शाखियां नूरी तेरे दी चले कभी खाजा। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ ਸਾਡੀ ਦੁਆ ਸੁਣ। ਇਹ ਪਾਕ ਸ਼ਕਤ ਜਿਸ ਰਾਹੀਂ ਤੂੰ ਸਾਨੂੰ ਮੁਕਤੀ ਬਖਸ਼ੀ ਹੈ,
ਇਸ ਦੁਨੀਆ ਵਿੱਚ ਤੇਰੀ ਮਦਦ ਲੈ ਆਵੇ ਅਤੇ ਸਾਡੇ ਲਈ ਸਦੀਵੀ ਖੁਸ਼ੀ ਦਾ ਵਾਅਦਾ ਬਣ ਜਾਵੇ। ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ ਪ੍ਰਭੂ ਦੀ ਸ਼ਾਂਤੀ ਵਿੱਚ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ, ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਹਾਂ, ਤੇਰੀ ਮਦਦ ਚਾਹੁੰਦੇ ਹਾਂ, ਤੇਰੀ ਸਿਫਾਰਿਸ਼ ਮੰਗਦੇ ਹਾਂ, ਤੇਰੇ ਤੋਂ ਖਾਲੀ ਦਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸਦੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਵਿਦਾਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹੀ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭੇ ਔਰਤਾਂ ਦੇ ਵਿੱਚੋਂ ਧਨੀ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭੇ ਔਰਤਾਂ ਦੇ ਵਿੱਚੋਂ ਧਨੀ ਹੈ। ਮਰੀਮ ਪਿਆਰਾ ਜਿਹਦਾ ਨਾਮ, ਸਭੇ ਔਰਤਾਂ ਦੇ ਵਿੱਚੋਂ ਧਨੀ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭੇ ਔਰਤਾਂ ਦੇ ਵਿੱਚੋਂ ਧਨੀ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭੇ ਔਰਤਾਂ ਦੇ ਵਿੱਚੋਂ ਧਨੀ ਹੈ। ਖੁਸ਼ੀ ਦਾ ਸੁਨੇਹਾ ਜਬਰਾਈਲ ਆ ਕੇ ਦੱਸਿਆ, ਲਿਆ ਕੇ ਦੱਸਿਆ। ਖੁਸ਼ੀ ਦਾ ਸੁਨੇਹਾ ਜਬਰਾਈਲ ਆ ਕੇ ਦੱਸਿਆ, ਲਿਆ ਕੇ ਦੱਸਿਆ। ਯਿਸੂ ਨੇ ਦੀਦਾਰ ਲਿਆ, ਰੂਹ ਪਾਕ ਵਸਿਆ, ਰੂਹ ਪਾਕ ਵਸਿਆ। ਯਿਸੂ ਨੇ ਦੀਦਾਰ ਲਿਆ, ਰੂਹ ਪਾਕ ਵਸਿਆ, ਰੂਹ ਪਾਕ ਵਸਿਆ। ਜਿਹੜੇ ਵੇਲੇ ਕੀਤੀ ਉਹਨੇ ਹਾਂ, ਸਭੇ ਔਰਤਾਂ ਦੇ ਵਿੱਚੋਂ ਧਨੀ ਹੈ। ਨਾਲੇ ਯਿਸੂ ਦੀ ਤੇ ਨਾਲੇ ਮੇਰੀ ਮਾਂ, ਸਭੇ